ਬੱਚਿਓ ਅੱਜ ਦੇ ਇਸ MA 3rd ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਕੱਲ ਅਮਰੀਕਾ ਦਾ ਕਨਸਟੀਟਿਊਸ਼ਨ ਦੇ ਵਿੱਚ ਇੱਕ ਕੁਐਸਚਨ ਜਿਹੜਾ ਹੈਗਾ ਡਿਸਕਸ ਕੀਤਾ ਸੀਗਾ। ਫੈਡਰਲ ਫੀਚਰਸ ਡਿਸਕਸ ਕੀਤੇ ਸੀ ਅਮਰੀਕਨ ਕਨਸਟੀਟਿਊਸ਼ਨ ਦੇ। ਅੱਜ ਅਸੀਂ ਜਿਹੜਾ ਹੈਗਾ ਹੈ ਉਹ ਸੈਂਟਰਲਾਈਜ਼ਿੰਗ ਜਿਹੜੇ ਫੈਕਟਰਸ ਹੈਗੇ ਆ ਕਿ ਸੈਂਟਰ ਉੱਤੇ ਕਿਉਂ ਹੋਰ ਜ਼ਿਆਦਾ ਸਟਰੋਂਗ ਜਿਹੜਾ ਹੈਗਾ ਹੋਈ ਜਾ ਰਿਹਾ, ਉਹਦੇ ਉੱਤੇ ਅਸੀਂ ਜਿਹੜੀ ਅੱਜ ਚਰਚਾ ਜਿਹੜੀ ਕੇਂਦਰਿਤ ਆਪਣੀ ਕਰਾਂਗੇ। ਸੋ ਸੈਂਟਰਲਾਈਜੇਸ਼ਨ ਆਫ ਜੇ ਪਾਵਰਸ ਦੀ ਗੱਲ ਕਰੀਏ तो भारत ਦੇ ਵਿੱਚ ਵੀ ਇਹੀ ਟ੍ਰੈਂਡ ਚੱਲ ਰਿਹਾ ਹੈ, ਸਵਿਟਜ਼ਰਲੈਂਡ ਦੇ ਵਿੱਚ ਵੀ ਇਹੀ ਟ੍ਰੈਂਡ ਚੱਲ ਰਿਹਾ ਹੈ। ਹੋਰ ਜਿੱਥੇ ਜਿੱਥੇ ਵੀ ਜਿਹੜੀ ਹੈ ਫੈਡਰਲ ਸਿਸਟਮ ਚੱਲ ਰਹੇ ਹੈ ਉੱਥੇ ਇਹ ਪ੍ਰਵਿਰਤੀ ਦੇਖਣ ਨੂੰ ਮਿਲੀ ਹੈ ਕਿ ਸੈਂਟਰਲਾਈਜ਼ਿੰਗ ਜਿਹੜਾ ਫੈਕਟਰ ਹੈ ਕਿ ਜਿਹੜੀਆਂ ਸ਼ਕਤੀਆਂ ਦਾ ਜਿਹੜਾ ਏਕੀਕਰਨ ਜਿਹੜਾ ਹੈ ਕੇਂਦਰੀ ਸਰਕਾਰ ਦੇ ਹੱਥ ਦੇ ਵਿੱਚ ਜਿਹੜਾ ਹੈ ਉਹ ਹੋਈ ਜਾ ਰਿਹਾ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਫੈਕਟਰ ਜਿਹੜਾ ਤੁਸੀਂ ਕਹਿ ਲਓ ਹੈਗਾ। ठीक है जी। सो ਇਹਦੇ ਵਿੱਚ ਅਸੀਂ ਜਿਹੜਾ ਸਾਡਾ ਕੁਐਸਚਨ ਅੱਜ ਦਾ ਬਣਦਾ ਹੈਗਾ ਉਹ ਡਿਸਕਸ ਜਿਹੜਾ ਹੈ ਆਪਾਂ ਕਰਨਾ ਹੈਗਾ। ਪ੍ਰਮੁੱਖ ਕੁਐਸਚਨ ਜਿਹੜਾ ਬਣਦਾ ਹੈਗਾ, ਇੱਕ ਮਿੰਟ ठीक है जी। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਆਮਦਨੀ ਦੇ ਜਿਹੜੇ ਸਰੋਤ ਹੈਗੇ ਆ ਬਹੁਤ ਜ਼ਿਆਦਾ ਘੱਟ ਨੇ। ਆਮਦਨੀ ਦੇ ਸਰੋਤਾਂ ਦਾ ਘੱਟ ਹੋਣ ਦੇ ਕਾਰਨ ਜਿਹੜਾ ਹੈ ਜਿਹੜੀਆਂ ਰਾਜ ਸਰਕਾਰਾਂ ਹੈ ਉਹਨਾਂ ਨੂੰ ਪ੍ਰਾਂਤੀ ਜਿਹੜੀਆਂ ਸਰਕਾਰਾਂ ਹੈ ਉਹਨਾਂ ਨੂੰ ਕੇਂਦਰ ਸਰਕਾਰ ਉੱਤੇ ਜਿਹੜਾ ਹੈਗਾ ਉਹ ਨਿਰਭਰ ਕਰਨਾ ਪੈਂਦਾ ਹੈ। ਇਸ ਕਰਕੇ ਵੀ ਜਿਹੜੀ ਕੇਂਦਰ ਸਰਕਾਰ ਹੈ ਉਹ ਆਪਣੀ ਮਨਮਰਜ਼ੀ ਕਰਦੀ ਹੈ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਉਹ ਭਾਰਤ ਹੋਵੇ, ਚਾਹੇ ਉਹ ਹੋਰ ਕੋਈ ਜਿਹੜਾ ਹੈਗਾ ਦੇਸ਼ ਹੋਵੇ। ਸੋ ਟ੍ਰੈਂਡ ਟੂਵਰਡਸ ਸੈਂਟਰਲਾਈਜੇਸ਼ਨ ਦਾ ਇੱਥੇ ਮਤਲਬ ਹੈ, ਇੱਥੇ ਇੱਕ ਵਿਚਾਰਕ ਹੋਇਆ, ਦ ਪ੍ਰੈਜ਼ੈਂਟ ਅਮਰੀਕਨ ਫੈਡਰਲ ਸਿਸਟਮ ਇਜ਼ ਨਾਟ ਮਚ ਡਿਫਰੈਂਟ ਫਰੋਮ ਵਟ it was when the constitution was framed and adopted. At the time of overwhelming majority of the people of American states were more attached to their respective states than to the federal government. So ਜਿਹੜਾ ਉੱਥੇ ਪ੍ਰਾਂਤੀय ਫੈਕਟਰ ਹੈ, ਜਿੱਦਾਂ ਭਾਰਤ ਦੇ ਵਿੱਚ ਅਗਰ ਗੱਲ ਕਰੀਏ ਤੇ ਭਾਰਤ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਟ੍ਰੈਂਡ ਹੈਗਾ ਹੈ ਕਿ ਮਸ਼ਰੂਮ ਗਰੋਥ ਜਿਹੜੀ ਹੈ ਰੀਜਨਲ ਪਾਰਟੀਜ਼ ਦੀ ਹੋ ਰਹੀ ਹੈ। ਜਿਹੜੀਆਂ ਰੀਜਨਲ ਐਸਪੀਰੇਸ਼ਨਸ ਹੈ ਉਹਨਾਂ ਨੂੰ ਜਿਹੜੀਆਂ ਨੈਸ਼ਨਲ ਪੋਲੀਟੀਕਲ ਪਾਰਟੀਜ਼ ਹੈਗੀਆਂ ਉਹ ਪੂਰਾ ਨਹੀਂ ਕਰ ਪਾਉਂਦੀਆਂ। ਸੋ ਉਸ ਕਰਕੇ ਵੀ ਜਿਹੜਾ ਉਹ ਵੀ ਇਹ ਗੱਲ ਕਰ ਰਿਹਾ ਕਿ ਮੈਜੋਰਿਟੀ ਆਫ ਜਿਹੜੇ ਪੀਪਲ ਅਮਰੀਕਨ ਸਟੇਟਸ ਵਰ ਅਟੈਚ ਟੂ ਦੇਅਰ ਸਟੇਟਸ ਦੈਨ ਟੂ ਦ ਫੈਡਰਲ ਗਵਰਨਮੈਂਟ। ਉਹ ਕਹਿੰਦਾ ਕਿ ਜਿਹੜੀ ਸਟੇਟਸ ਹੈ ਉਹ ਆਪਣੀ ਪ੍ਰਾਂਤੀय ਜਿਹੜੀਆਂ ਭਾਵਨਾਵਾਂ ਹੈ ਉਹਦੇ ਨਾਲ ਜ਼ਿਆਦਾ ਜੁੜੀਆਂ ਹੋਈਆਂ ਦੈਨ ਜਿਹੜਾ ਹੈ ਫੈਡਰਲ ਗਵਰਨਮੈਂਟ। ਦ ਸੈਂਟੀਮੈਂਟ ਆਫ state rights was very powerful. The constitution therefore vested residuary powers emanated in the constitution. ਉਹ ਕਹਿੰਦਾ ਕਿ ਜਦੋਂ ਸੰਵਿਧਾਨ ਬਣਿਆ ਸੀਗਾ ਉਦੋਂ ਕੀ ਸੀਗਾ, ਉਦੋਂ ਸਟੇਟਸ ਕੋਲ ਜਿਹੜਾ ਹੈ ਪਾਵਰਸ ਜ਼ਿਆਦਾ ਸੀਗੀਆਂ ਪ੍ਰਾਂਤੀ ਸਰਕਾਰਾਂ। ਹੁਣ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਕਿ ਭਾਰਤ ਦੇ ਵਿੱਚ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ ਕੇਂਦਰ ਸਰਕਾਰ ਔਰ ਰਾਜ ਸਰਕਾਰਾਂ ਦੀਆਂ ਸ਼ਕਤੀਆਂ ਦੀ ਵੰਡ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਚੀਜ਼ ਤੁਸੀਂ ਦੇਖੀ ਹੋਣੀ, 3 ਤਰ੍ਹਾਂ ਦੀਆਂ ਸੂਚੀਆਂ ਬਣੀਆਂ ਹੋਈਆਂ। ਕੇਂਦਰੀ ਸੂਚੀ ਹੈ ਜਿਹਦੇ ਵਿੱਚ 96 ਵਿਸ਼ੇ ਕੇਂਦਰੀ ਸਰਕਾਰ ਨੂੰ ਦਿੱਤੇ ਗਏ ਹੈ ਕਾਨੂੰਨ ਬਣਾਉਣ ਵਾਸਤੇ। ਫਿਰ ਅਗਰ ਦੂਜੇ ਪਾਸੇ ਅਸੀਂ ਗੱਲ ਕਰੀਏ ਪ੍ਰਾਂਤੀ ਸੂਚੀ ਹੈ ਜਿਹਨੂੰ ਆਪਾਂ ਸਟੇਟ ਲਿਸਟ ਵੀ ਕਹਿੰਦੇ ਹਾਂ, ਉਹਦੇ ਵਿੱਚ ਲਗਭਗ ਜਿਹੜਾ ਹੈ 56 ਵਿਸ਼ੇ ਹੈਗੇ ਆ।
तो इस तरह जी लास्ट लिस्ट है सामवरती के विच दोनों जी सरकारां कानून बना सकदियां। सो इस तरह अगर असी अमेरिका की गल करिए जो संविधान बनया सीगा उस वेले जिहड़ियां बकाया शक्तियां सीगियां उत्थे दी प्रांतीय सरकारां नूं दित्तियां गईयां सी, केंद्र सरकार नूं नहीं दित्तियां गईयां सीगियां। जबकि भारत दे विच जिहड़ियां बकाया शक्तियां हैगियां वो केंद्र सरकार नूं दित्तियां गईयां। सो पहली गल तो ट्रेंड टूवर्ड सेंट्रलाइजेशन। The jurisdiction of federal government was limited and power enumerated in the constitution. But situation has since greatly changed. The national government has gradually assumed more and more powers and functions at the cost of states. The process is called federal centralization. ठीक है जी, हुण सारे जिन्ने भी फैडरल ढांचे है उन्हां विच ये प्रवृत्ति देखने को मिल रही है कि विद द पैसेज ऑफ टाइम जिहड़ा है केंद्र सरकार दीयां जिहड़ियां शक्तियां वो जिहड़ी सेंट्रलाइजेशन ऑफ पावर्स जिहड़ियां केंद्र के हत्थ विच जिहड़ी है हो जा रही है। दूसरा पॉइंट, पहला पॉइंट सीगा ट्रेंड टूवर्ड्स सेंट्रलाइजेशन, दूजा पॉइंट हैगा मतलब कि केंद्रीकरण की प्रवृत्ति। ठीक है जी, ये पहला जिहड़ा पॉइंट बनूगा केंद्रीयकरण की प्रवृत्ति, लिख लो चाहे तुसीं अगर लिखना है तो। फिर दूसरा पॉइंट बनूगा जुडिशियल इंटरप्रिटेशन। The Supreme Court has played a significant role in growth of federal power। वो कहना कि सुप्रीम कोर्ट का बहुत बड़ा रोल है जिहदे विच जिहड़ी फैडरल गवर्नमेंट सीगी उत्थे अमेरिका दे विच उहदियां शक्तियां दे विच वाधा होया। The series of decisions given by Chief Justice John Marshall and other Federalist judges in 19th century। कहना इहदे वास्ते जिहड़ा जॉन मार्शल सी जिहड़ा सुप्रीम कोर्ट का जज सीगा उन्हें जिहड़े निर्णय कीते अते फैडरलिस्ट जज जिहड़े सीगे उन्होंने जिहड़े निर्णय कीते और जिहड़ा डॉक्ट्रिन ऑफ इंप्लाइड पावर्स हैगा है उन्होंने जिहड़ा है फैडरल गवर्नमेंट थ्रू डॉक्ट्रिन ऑफ इंप्लाइड पावर्स रिजल्टेड इन द केस कितने केस उन्होंने कोट किया होया MC कोल versus Maryland, the doctrine of national supremacy was sharply annotated. The court declared that the government of the United States, through limited its powers, is supreme and its laws are made। So कहने का मतलब ये है कि इस केस के विच भी जिहड़ा फैसला दिता गया उन्हें भी जिहड़ा सेंट्रलाइजेशन का ट्रेंड सीगा उन्हें जिहड़ा सीगा वधाया। फिर सोशो एंड इकोनॉमिक चेंजेस। हुण उत्थे रैपिड इकोनॉमिक डिवेलपमेंट की अगर गल करिए ट्रमेंडस मोमेंटम टूवर्ड्स ट्रेंड ऑफ सेंट्रलाइजेशन, द कंस्ट्रक्शन ऑफ रेल रोड्स, द राइज ऑफ ह्यूज इंडस्ट्रियल एंड सोशल प्रॉब्लम्स इन वेक ऑफ टेक्नोलॉजी एक्सर्टेड प्रेशर टूवर्ड्स सेंट्रलाइजेशन। जिहड़ी डिवेलपमेंट हुई स्टेट्स दे विच या पूरे अमेरिका दे विच उहदे विच जिहड़े फैडरल गवर्नमेंट सीगी उहदा ज़्यादा हत्थ सीगा। सो इस करके भी जिहड़ा केंद्रीयकरण का जिहड़ा ट्रेंड सीगा वो बहुत ज़्यादा जिहड़ा प्रबल रूप दे विच जिहड़ा सीगा सामने उहदे विच आ रहा है। हुण इहदे विच एक होर गल है कि मोबिलिटी ऑफ बोथ लेबर एंड कम्युनिटीज नेशन वाइड मार्केट अंडर द रेगूलेशन। हुण देखो जी सीधी जी गल है इहदे विच एक गल होर आ जाती है कि जदों असीं स्रोतां की गल करते हैं तो जिहड़ी केंद्रीय सरकार हुंदी है उहदे कोल शक्तियां भी ज़्यादा हुंदियां हैं, स्रोत भी ज़्यादा हुंदे है और बाकी जिहड़ियां सारियां स्थितियां वो भी उन्होंने जिहड़ा है फेवर दे विच हुंदियां। इस करके असीं कह सकते हैं कि जिहड़ा है सोशो इकोनॉमिक जिहड़ी रैपिड ग्रोथ हुई अमेरिका दे विच उन्हें भी जिहड़ी डिवेलपमेंट हुई उत्थे चाहे वो कम्युनिकेशन के फील्ड्स होए चाहे वो साइंटिफिक कोई डिवेलपमेंट होए चाहे तकनीकी कोई विकास होए, इन्हां सारे फैक्टर्स ने जिहड़ा है जिहड़ी केंद्र सरकार सीगी उहदे हत्थां दे विच शक्तियां नूं जिहड़ा सीगा केंद्रित जिहड़ा सीगा कर दित्ता। फिर डिफेंस ऑफ द कंट्री। हुण जिहड़ा डिफेंस है अगर डिफेंस की गल करिए किसी भी देश की अगर सुरक्षा की गल करिए तो सुरक्षा जिहड़ा है एक जिहड़ा है सेंट्रल विषय हुंदा है, वो प्रांतीय विषय नहीं हुंदा। सो अगर आर्मड फोर्सिस की गल करिए या होर चीज़ों की गल करिए ये जिहड़ा विषय हुंदा है वो बहुत तुसीं कह लो प्रबल के रूप दे विच केंद्र सरकार इहदे उत्ते जिहड़ा है निर्णय लैंदी है। इस करके भी ये भी एक कारण बनिया जिस करके जिहड़ियां शक्तियां हैं वो उत्थे केंद्र सरकार के हत्थ विच जिहड़ा सीगा केंद्रित होणियां शुरू हो गई।
Its manpower, scientific and technological and industrial resources have mobilized, controlled the use of land। ठीक है जी। फिर ਫੈਡਰਲ ਏਡ ਦਾ ਮਤਲਬ ਜਿਹੜੀ ਏਡ ਕੇਂਦਰ ਸਰਕਾਰ ਰਾਜਾਂ ਨੂੰ ਦਿੰਦੀ ਹੈ ਉੱਥੇ ਉਹਨੂੰ ਆਪਾਂ ਫੈਡਰਲ ਏਡ ਕਹਿੰਦੇ ਹਾਂ ਅਮਰੀਕਾ ਦੇ ਵਿੱਚ। As pointed out, the states are unequal in the area, population and resources. So consequently, states with the larger resources have been able to provide. So अगर ਅਸੀਂ ਉੱਥੇ ਪ੍ਰਾਂਤਾਂ ਦੀ ਗੱਲ ਕਰੀਏ, ਕੁਝ ਪ੍ਰਾਂਤਾਂ ਕੋ ਉੱਥੇ ਜ਼ਿਆਦਾ ਜਿਹੜੇ ਹੈ ਸਰੋਤ ਹੈਗੇ ਆ। ਵਿੱਤੀ ਸਰੋਤਾਂ ਦੀ ਗੱਲ ਨਹੀਂ ਕਰ ਰਿਹਾ, ਨੈਚੁਰਲ ਰਿਸੋਰਸਿਸ ਦੀ ਅਗਰ ਗੱਲ ਕਰੀਏ, ਵਿੱਤੀ ਸਰੋਤਾਂ ਦੀ ਗੱਲ ਕਰੀਏ। ਔਰ ਜਿਹੜੀ ਵੱਡੀ ਸਟੇਟ ਹੈ ਜਿੱਥੇ ਆਪਣੇ ਅਮਰੀਕਾ 'ਚ ਜਿਹੜੀਆਂ ਵੱਡੀਆਂ ਸਟੇਟਸ ਹੈਗੀਆਂ ਉਹਨਾਂ ਨੇ ਜਿਹੜਾ ਹੈ ਜਿਹੜੀਆਂ ਛੋਟੀਆਂ ਸਟੇਟਸ ਦੇ ਬਨਸਪਤ ਜਿਹੜਾ ਹੈ ਉਹ ਜ਼ਿਆਦਾ ਡਿਵੈਲਪਮੈਂਟ ਕੀਤੀ। ਔਰ ਅਮਰੀਕਾ ਦੇ ਵਿੱਚ ਵੀ ਜਿਹੜੀ ਅਗਰ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਉਹ ਅਸੀਂ ਕਹਿ ਸਕਦੇ ਹਾਂ ਕਿ ਕੁਝ ਏਰੀਆਜ਼ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੈ ਉਹ ਅਨਈਵਨ ਹੋਈ, ਡਿਵੈਲਪਮੈਂਟ ਇੱਕੋ ਜਿਹੀ ਨਹੀਂ ਹੋਈ। ਠੀਕ ਹੈ, ਇੱਕੋ ਜਿਹੀ ਨਾ ਹੋਣ ਕਰਕੇ ਜਿਹੜਾ ਹੈ ਇਹ ਸਥਿਤੀ ਜਿਹੜੀ ਹੈ ਉਹ ਪੈਦਾ ਹੋਈ। ਔਰ ਫੈਡਰਲ ਏਡ ਜਿਹੜੀ ਹੈ ਉਹ ਸਾਰੇ ਪ੍ਰਾਂਤਾਂ ਨੂੰ ਇੱਕੋ ਜਿਹੀ ਨਹੀਂ ਮਿਲੀ। ਭਾਰਤ ਦੇ ਵਿੱਚ ਵੀ ਇਹੀ ਚੀਜ਼ ਹੈਗੀ ਹੈ। ਹੁਣ ਤੁਸੀਂ ਭਾਰਤ ਦੇ ਜਿਹੜੇ ਪੂਰਬੀ ਪ੍ਰਾਂਤ ਦੇਖ ਲਓ, ਜਿੱਦਾਂ ਵੈਸਟ ਬੰਗਾਲ ਦੇਖ ਲਓ, ਉੜੀਸਾ ਦੇਖ ਲਓ ਜਾਂ ਬਿਹਾਰ ਦੇਖ ਲਓ, ਇਹਨਾਂ ਦੀ ਤਰੱਕੀ ਜਿਹੜੀ ਹੈ ਇੰਨੀ ਜ਼ਿਆਦਾ ਨਹੀਂ ਹੋਈ। ਅਗਰ ਅਸੀਂ ਗੁਜਰਾਤ ਨਾਲ ਕੰਪੇਅਰ ਕਰੀਏ ਜਾਂ ਮਹਾਰਾਸ਼ਟਰ ਨਾਲ ਕੰਪੇਅਰ ਕਰੀਏ ਜਾਂ ਹੋਰ ਸਟੇਟਸ ਨਾਲ ਅਸੀਂ ਕੰਪੇਅਰ ਕਰੀਏ ਇਹਨਾਂ ਦੀ ਸੋ ਜਿਹੜਾ ਹੈਗਾ ਹੁਣ ਜਦੋਂ ਇਹ ਸਰਕਾਰ ਆਈ ਸੀ 2014 ਦੇ ਵਿੱਚ, ਇਹਨਾਂ ਜਿਹੜਾ ਸਟੇਟ ਸ਼ੇਅਰ ਸੀਗਾ ਗ੍ਰਾਂਟ ਦਾ ਉਹ ਵਧਾਇਆ ਸੀਗਾ 32% ਤੋਂ 42% ਜਿਹੜਾ ਹੈ ਉਹ ਕੀਤਾ। ਪਰ ਹੱਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਜਿਹੜੀ ਸਟੇਟ ਆਟੋਨਮੀ ਹੈ ਉਹਨੂੰ ਜਿਹੜਾ ਹੈ ਬਰਕਰਾਰ ਰੱਖਿਆ ਜਾਵੇ ਔਰ ਰਾਜਾਂ ਨੂੰ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਹੈ ਪ੍ਰਾਂਤਾਂ ਨੂੰ ਸ਼ਕਤੀਆਂ ਦਿੱਤੀਆਂ ਜਾਣ ਤਾਂ ਕਿ ਉਹ ਆਪਣੇ ਪੈਰਾਂ 'ਤੇ ਜਿਹੜਾ ਹੈ ਖੜੇ ਹੋ ਸਕਣ ਅਤੇ ਉਹਨਾਂ ਨੂੰ ਜਿਹੜਾ ਹੈ ਕੇਂਦਰੀ ਸਰਕਾਰ ਉੱਤੇ ਜਿਹੜਾ ਹੈ ਨਿਰਭਰ ਨਾ ਕਰਨਾ ਪਵੇ। ਸੋ ਇਹਦੇ ਨਾਲ ਤੁਹਾਡਾ ਇਹ ਜਿਹੜਾ ਕੁਐਸਚਨ ਖਤਮ ਹੁੰਦਾ ਹੈ। ਇੱਕ ਛੋਟਾ ਜਿਹਾ ਕੁਐਸਚਨ ਹੋਰ ਬਣਦਾ ਹੈ, ਕੁਐਸਚਨ ਹੈਗਾ, ਕੁਐਸਚਨ ਲਿਖ ਲਓ, ਡਿਸਕ੍ਰਾਈਬ ਮੌਂਟੇਸਕਿਊਜ਼ ਡਾਕਟ੍ਰਿਨ ਆਫ separation of powers and trace its influence on the constitution of United States। ਠੀਕ ਹੈ ਜੀ, ਇਹ ਵਾਲਾ ਕੁਐਸਚਨ ਜਿਹੜਾ ਹੈ ਅਸੀਂ ਕੱਲ ਨੂੰ ਹੁੰਦਾ ਹੈ ਇਹਦੇ ਉੱਤੇ ਜਿਹੜੀ ਹੈ ਵਿਸਤਾਰਪੂਰਨ ਚਰਚਾ ਜਿਹੜੀ ਹੈ ਕੱਲ ਕਰਾਂਗੇ। ਹੁਣ ਅਮਰੀਕਾ ਦਾ ਮੈਂ ਥੋੜਾ ਜਿਹਾ ਇਹਨੂੰ ਇੰਟਰੋਡਿਊਸ ਕਰ ਦਿੰਦਾ। ਜਿਹੜਾ ਅਮਰੀਕਾ ਦਾ ਸੰਵਿਧਾਨ ਹੈਗਾ ਹੈ ਬੇਸਿਕਲੀ ਉਹ ਮੌਂਟੈਸਕਿਊ ਇੱਕ ਰਾਜਨੀਤਿਕ ਵਿਚਾਰਕ ਹੋਇਆ ਸੀ ਜਿਹਨੇ ਇੱਕ ਪੁਸਤਕ ਲਿਖੀ ਸੀ ਜਿਹਦਾ ਨਾਮ ਸੀ ਸੈਪਰੇਸ਼ਨ ਆਫ ਪਾਵਰਸ। ਸੈਪਰੇਸ਼ਨ ਆਫ ਪਾਵਰਸ ਦੇ ਵਿੱਚ ਉਹ ਇਹ ਗੱਲ ਕਰਦਾ ਹੈ ਕਿ ਜਿਹੜੀ ਕਾਰਜਪਾਲਿਕਾ ਹੈ, ਵਿਧਾਨਪਾਲਿਕਾ ਹੈ ਔਰ ਨਿਆਂਪਾਲਿਕਾ ਹੈ ਉਹ ਸੁਤੰਤਰ ਰੂਪ ਦੇ ਵਿੱਚ ਜਿਹੜਾ ਹੈ ਕੰਮ ਕਰਦੇ ਹੈ, ਸੁਤੰਤਰ ਇਕਾਈਆਂ ਹੈ, ਉਹਨਾਂ ਦਾ ਆਪਣਾ ਕਾਰਜ ਖੇਤਰ ਹੈ, ਉਹ ਆਪਣੇ ਕਾਰਜ ਖੇਤਰ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਉਹ ਕੰਮ ਕਰਦੇ। ਠੀਕ ਹੈ ਜੀ। ਸੋ ਇਹਦੇ ਵਿੱਚ ਹੁਣ ਅਗਰ ਅਮਰੀਕਾ ਦੇ ਅਗਰ ਅਸੀਂ ਸਿਸਟਮ ਦੀ ਅਸੀਂ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਤੁਸੀਂ ਦੇਖ ਲਓ ਜਿਹੜਾ ਪ੍ਰੈਜ਼ੀਡੈਂਟ ਹੈ, ਰਾਸ਼ਟਰਪਤੀ ਹੈ, ਉਹਦੇ ਕੋਲ ਕਾਰਜ ਸਾਧਕੀ ਸ਼ਕਤੀਆਂ ਹੈਗੀਆਂ। ਅਗਰ ਅਸੀਂ ਵਿਧਾਨ ਮੰਡਲ ਦੀ ਗੱਲ ਕਰੀਏ ਕਾਂਗਰਸ ਦੀ, ਉਹਦੇ ਕੋਲ ਜਿਹੜਾ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ। ਠੀਕ ਹੈ, ਅਗਰ ਅਸੀਂ ਨਿਆਂਪਾਲਿਕਾ ਦੀ ਗੱਲ ਕਰੀਏ ਤਾਂ ਉਹਨਾਂ ਕਾਨੂੰਨਾਂ ਦੀ ਵਿਵੇਚਨਾ ਕਰਨ, ਉਹਨਾਂ ਕਾਨੂੰਨਾਂ ਨੂੰ ਸਹੀ ਅਤੇ ਗਲਤ ਠਹਿਰਾਉਣ ਦੀ ਜਿਹੜੀ ਸ਼ਕਤੀ ਹੈ ਉਹ ਅਮਰੀਕਾ ਦੀ ਨਿਆਂਪਾਲਿਕਾ ਨੂੰ ਜਿਹੜੀ ਹੈਗੀ ਹੈ ਉਹ ਦਿੱਤੀ ਗਈ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਸੈਪਰੇਸ਼ਨ ਆਫ ਪਾਵਰਸ ਦਾ ਜਿਹੜਾ ਪ੍ਰਿੰਸੀਪਲ ਹੈ ਉਹਦੇ 'ਤੇ ਜਿਹੜੀ ਸਾਰੀ ਚੀਜ਼ ਜਿਹੜੀ ਹੈਗੀ ਹੈ ਉਹ ਆਧਾਰਿਤ ਹੈਗੀ ਹੈ। ਸੋ ਉਹਦੇ ਨਾਲ ਜਿਹੜੇ ਅਮਰੀਕਾ ਦੇ ਸੰਵਿਧਾਨ ਨਿਰਮਾਤਾ ਸੀਗੇ ਉਹਨਾਂ ਨੇ ਸੈਪਰੇਸ਼ਨ ਆਫ ਪਾਵਰਸ ਦੇ ਸਿਧਾਂਤ ਦੇ ਨਾਲ ਉਹਨਾਂ ਨੇ ਚੈਕਸ ਐਂਡ ਬੈਲੈਂਸਿਸ ਦਾ ਸਿਧਾਂਤ ਵੀ ਇੰਟਰੋਡਿਊਸ ਕੀਤਾ ਤਾਂ ਕਿ ਜਿਹੜੇ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਜਿਹੜੇ ਤਿੰਨੋਂ ਅੰਗ ਹੈ ਉਹ ਇੱਕ ਦੂਜੇ ਨੂੰ ਡੋਮੀਨੇਟ ਨਾ ਕਰ ਲੈਣ ਜਾਂ ਕੋਈ ਵੀ ਅੰਗ ਜਿਹੜਾ ਹੈਗਾ ਉਹ ਜਿਹੜਾ ਤਾਨਾਸ਼ਾਹ ਨਾ ਬਣ ਜਾਏ। ਸੋ ਇਹ ਜਿਹੜਾ ਕੁਐਸਚਨ ਹੈ ਅਸੀਂ ਕੱਲ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ, ਕੱਲ ਦੇ ਲੈਕਚਰ ਦੇ ਵਿੱਚ। ਸੋ ਅਗਰ ਮੈਂ ਕਲਾਸਿਸ ਦੀ ਗੱਲ ਕਰਾਂ ਤੇ ਜਿਹੜਾ ਕਾਲਜ ਹੈ ਉਹਨੇ ਜਿਹੜਾ ਹੈ ਆਫਲਾਈਨ ਕਲਾਸਿਸ ਜਿਹੜੀਆਂ ਅਲਾਉ ਕਰ ਦਿੱਤੀਆਂ। MA ਫਸਟ ਸਮੈਸਟਰ ਦੀ ਵੀ ਅਲਾਉ ਕਰਤੀ ਤੇ MA ਥਰਡ ਸਮੈਸਟਰ ਦੀ ਵੀ ਅਲਾਉ ਕਰਤੀ ਹੈ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹੂੰਗਾ ਕਿ ਤੁਸੀਂ ਆਫਲਾਈਨ ਮੋਡ ਦੇ ਵਿੱਚ ਵੀ ਥੋੜ੍ਹੀਆਂ ਬਹੁਤਾ ਕਲਾਸਾਂ ਲਾਓ। ਬਾਕੀ ਜਿਹੜਾ ਹੈ ਆਫਲਾਈਨ ਤੇ ਆਨਲਾਈਨ ਮੋਡ ਜਿਹੜਾ ਹੈਗਾ ਦੋਨੋਂ ਜਿਹੜਾ ਹੈ ਐਜ਼ ਇਟ ਇਜ਼ ਜਿਹੜਾ ਹੈ ਕੰਟੀਨਿਊ ਜਿਹੜਾ ਹੈਗਾ ਰਹਿਣਗੇ।
ਕਿਉਂਕਿ ਬੱਚੇ ਮੈਨੂੰ ਪਤਾ ਲੱਗਿਆ ਸੀ ਕਿ ਬੱਚੇ ਜਿਹੜੇ ਆ ਇੰਟਰਸਟਿਡ ਨਹੀਂ ਹੈਗੇ ਆਫਲਾਈਨ ਮੋਡ ਦੇ ਵਿੱਚ ਕਲਾਸਾਂ ਲਾਉਣ ਲਈ। ਸੋ ਇਹ ਮੈਂ ਅੱਜ ਦਾ ਜਿਹੜਾ ਆਪਣਾ ਇਹ ਲੈਕਚਰ ਹੈ ਉਹਨੂੰ ਇੱਥੇ ਹੀ ਜਿਹੜਾ ਹੈ ਵਿਰਾਮ ਦਿੰਦਾ ਜਾਂ ਇਹਨੂੰ ਖਤਮ ਕਰਦਾ।